ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਦੋਸਤੋ, ਲਾਕਡਾਊਨ, ਕਰੋਨਾ ਵਾਇਰਸ ਦਾ ਲਾਕਡਾਊਨ ਜਿਹੜਾ ਹੈ ਉਹ ਹੋ ਸਕਦਾ ਹੈ ਕਿ ਕਿਸੇ ਵਾਸਤੇ ਬਹੁਤ ਜ਼ਿਆਦਾ ਇਹ ਛੁੱਟੀਆਂ ਵਾਲੀ ਗੱਲ ਹੋਵੇ ਕਿ ਇਹ ਅੱਜ ਕੱਲ੍ਹ ਛੁੱਟੀਆਂ ਚੱਲ ਰਹੀਆਂ ਨੇ, ਲੇਕਿਨ ਬਹੁਤ ਸਾਰੇ ਲੋਕਾਂ ਦੇ ਵਾਸਤੇ ਇਹ ਇੱਕ ਨਾਈਟਮੇਅਰ ਹੈ। ਬਹੁਤ ਸਾਰੇ ਉਹ ਲੋਕ ਜਿਹੜੇ ਕਿ ਪਹਿਲਾਂ ਹੀ ਇੱਕ ਅਬਿਊਜ਼ਿਵ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਸੀ, ਜਦੋਂ ਇੱਕ ਆਪਣੇ ਅਬਿਊਜ਼ਰ ਦੇ ਨਾਲ ਇੱਕੋ ਘਰ ਦੇ ਵਿੱਚ 24 ਘੰਟੇ ਕਿਤੇ ਵੀ ਜਾ ਨਹੀਂ ਸਕਦੇ, ਉਹਨਾਂ ਲਈ ਇਹ ਲਾਕਡਾਊਨ ਕਿਸ ਤਰ੍ਹਾਂ ਦਾ ਹੁੰਦਾ ਹੋਏਗਾ। ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਨੇ ਔਰ ਇੱਕ ਰਿਪੋਰਟ ਇੱਥੋਂ ਤੱਕ ਆਈ ਹੈ ਕਿ ਇੱਕ ਵਿਅਕਤੀ ਨੇ ਆਪਣੀ ਐਲਏ ਦੀ ਖਬਰ ਹੈ, ਇੱਕ ਵਿਅਕਤੀ ਨੇ ਆਪਣੀ ਵਾਈਫ ਨੂੰ ਹੱਥਾਂ ਪੈਰਾਂ ਨੂੰ ਬੰਨ੍ਹ ਕੇ ਉਸ ਨੂੰ ਬੇਸਮੈਂਟ ਦੇ ਵਿੱਚ ਰੱਖਤਾ, ਇਸ ਕਰਕੇ ਕਿਉਂਕਿ ਉਸ ਨੇ ਇੱਕ ਵਾਰੀ ਖੰਘਿਆ ਸੀ। ਉਹਨੇ ਕਿਹਾ ਕਿ ਜੇ ਤੈਨੂੰ ਕੋਵਿਡ-19 ਹੋ ਗਿਆ, ਜੇ ਤੈਨੂੰ ਕਰੋਨਾ ਵਾਇਰਸ ਹੋਇਆ ਤਾਂ ਇਸ ਤੋਂ ਬਾਅਦ ਮੈਂ ਤੈਨੂੰ ਹਸਪੀਟਲ ਨਹੀਂ ਛੱਡ ਕੇ ਆਣਾ, ਇਸ ਤੋਂ ਬਾਅਦ ਤੈਨੂੰ ਬੇਸਮੈਂਟ ਦੇ ਵਿੱਚ ਹੀ ਦਮ ਤੋੜਨਾ ਪੈਣਾ ਔਰ ਇਸ ਕਰਕੇ ਤੂੰ ਆਪਣਾ ਧਿਆਨ ਰੱਖ। ਔਰ ਬੜੇ ਦਿਨਾਂ ਤੋਂ ਬਾਅਦ ਬੱਚਿਆਂ ਨੇ ਆਪਣੀ ਮਦਰ ਨੂੰ ਸੇਵ ਕਰਨ ਦੇ ਲਈ ਪੁਲਿਸ ਡਿਪਾਰਟਮੈਂਟ ਨੂੰ ਕਾਲ ਕੀਤੀ। ਇਹ ਪਹਿਲੀ ਕਾਲ ਨਹੀਂ ਹੈ ਦੋਸਤੋ। ਜੇ ਤੁਸੀਂ ਵੇਖੋ ਤਾਂ ਕੈਨੇਡਾ ਵਿੱਚ, ਅਮਰੀਕਾ ਵਿੱਚ, ਯਾਨੀ ਕਿ ਸਾਰੀ ਦੀ ਸਾਰੀ ਦੁਨੀਆ ਦੇ ਵਿੱਚ ਜਦੋਂ ਤੋਂ ਇਹ ਲਾਕਡਾਊਨ ਸ਼ੁਰੂ ਹੋਇਆ ਉਦੋਂ ਤੋਂ ਇਹ ਜਿਹੜੀ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਵੱਧ ਗਈ ਹੈ। ਜੇ ਅਸੀਂ ਗੱਲ ਕਰਦੇ ਹਾਂ ਵੈਨਕੂਵਰ ਬੈਟਰਡ ਵੂਮਨ ਸਪੋਰਟ ਸਰਵਿਸਿਜ਼, ਉਹਨਾਂ ਨੇ ਦੱਸਿਆ ਹੈਗਾ ਕਿ 300% not one not two 300% ਇਨਕਰੀਜ਼ ਹੋਈ ਹੈ ਕਾਲਸ ਦੇ ਵਿੱਚ। ਔਰ ਉਹਨਾਂ ਦੇ ਵਿੱਚੋਂ ਤਕਰੀਬਨ 40% ਇਹੋ ਜਿਹੇ ਕਾਲਰਸ ਨੇ ਜਿਨ੍ਹਾਂ ਨੇ ਅੱਜ ਤੱਕ ਕਦੇ ਡੋਮੈਸਟਿਕ ਵਾਇਲੈਂਸ ਦੇ ਲਈ ਕਾਲ ਨਹੀਂ ਕੀਤੀ। ਅਸੀਂ ਲੋਕ ਸਾਰੇ ਇਕੱਠੇ ਤਾਂ ਜ਼ਰੂਰ ਰਹਿੰਦੇ ਹਾਂ, ਲੇਕਿਨ ਸਾਨੂੰ ਇਕੱਠੇ ਰਹਿਣ ਦੇ ਵਿੱਚ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਕਿ ਕਰਨਾ ਕੀ ਹੈ, ਅਸੀਂ ਕਿਸ ਹਿਸਾਬ ਦੇ ਨਾਲ ਇਕੱਠੇ ਰਹੀਏ। ਸਾਨੂੰ ਬਿਲਕੁਲ ਵੀ ਕਿਸੇ ਵੀ ਚੀਜ਼ ਦੀ ਜਿਹੜੀ ਬੇਸਿਕਲੀ ਹੈਗੀ ਆ ਉਹ ਸਮਝ ਨਹੀਂ ਆਉਂਦੀ ਹੈਗੀ। ਦੂਸਰੀ ਵੱਡੀ ਗੱਲ ਜੇ ਅਸੀਂ ਇਹ ਦੇਖਦੇ ਹਾਂ ਕਿ ਹੁਣ ਸਿਰਫ ਕਾਲਸ ਮਦਰਸ ਦੀਆਂ ਨਹੀਂ ਆ ਰਹੀਆਂ, ਵਾਈਫ ਜਾਂ ਕੁੜੀਆਂ ਦੀਆਂ ਨਹੀਂ ਆ ਰਹੀਆਂ, ਬਹੁਤ ਸਾਰੇ ਬੱਚਿਆਂ ਦੀਆਂ ਵੀ ਆ ਰਹੀਆਂ ਨੇ। ਜੇ ਅੱਜ ਵੇਖਿਆ ਜਾਵੇ ਤਾਂ ਬਹੁਤ ਸਾਰੇ ਸ਼ੈਲਟਰਸ ਨੇ ਜਿਹੜੇ ਉਹ ਅੱਜ ਪੈਕ ਨੇ। ਬਹੁਤ ਸਾਰੇ ਸ਼ੈਲਟਰਸ ਦੇ ਲਈ ਜਦੋਂ ਕੋਈ ਬੈਡਸ ਅਵੇਲੇਬਲ ਨਹੀਂ ਹੈ ਤਾਂ ਸਰਕਾਰਾਂ ਵੀ ਮਦਦ ਕਰ ਰਹੀਆਂ ਨੇ ਬਹੁਤ ਸਾਰੀਆਂ ਬੈਟਰਡ ਜਿਹੜੀਆਂ ਵੂਮਨ ਨੇ ਉਹਨਾਂ ਨੂੰ ਜਗ੍ਹਾ ਜਗ੍ਹਾ 'ਤੇ ਰੱਖਣ ਦੇ ਵਾਸਤੇ। ਟੋਰਾਂਟੋ ਦੇ ਵਿੱਚ ਉਹਦੇ ਗਵਾਂਢੀ ਰੀਜਨਸ ਦੇ ਵਿੱਚ ਐਮਰਜੈਂਸੀ ਹੈਲਪਲਾਈਨ ਹੈ ਜਿਹੜੀ ਅਸੌਲਟਡ ਵੂਮਨਸ ਹੈਲਪਲਾਈਨ 24/7 ਚੱਲਦੀ ਹੈ। 24/7 ਦੇ ਵਿੱਚ ਉਹ ਕਹਿੰਦੇ ਜਿੰਨੀਆਂ ਕਾਲਸ ਅਸੀਂ ਅਟੈਂਡ ਕਰ ਸਕਦੇ ਹਾਂ, ਜਿੰਨੀਆਂ ਕਾਲਸ ਅਸੀਂ ਅਟੈਂਡ ਹੁਣ ਤੱਕ ਕਰਦੇ ਰਹੇ ਹਾਂ, ਕਾਲਸ ਦੇ ਨੰਬਰਸ ਉਹਦੇ ਨਾਲੋਂ 4 ਗੁਣਾ ਜ਼ਿਆਦਾ ਨੇ। ਔਰ ਉਹਨਾਂ ਨੂੰ ਅਸੀਂ ਹੈਂਡਲ ਕਿਸ ਤਰ੍ਹਾਂ ਕਰਨਾ ਸਾਨੂੰ ਸਮਝ ਨਹੀਂ ਆ ਰਿਹਾ। ਔਰ ਸਾਡੇ ਕੋਲੇ ਬਹੁਤ ਜ਼ਿਆਦਾ ਸ਼ੈਲਟਰ ਦੇ ਵਿੱਚ ਜਗ੍ਹਾ ਵੀ ਨਹੀਂ ਹੁੰਦੀ ਤੇ ਬਹੁਤ ਸਾਰੀਆਂ ਲੇਡੀਜ਼ ਇਸ ਹਿਸਾਬ ਨਾਲ ਕਾਲ ਕਰਦੀਆਂ ਵੀ ਨਹੀਂ ਹੈਗੀਆਂ ਕਿ ਪਤਾ ਨਹੀਂ ਜੇ ਅੱਜ ਮੈਂ ਕਾਲ ਕਰੂੰਗੀ ਤਾਂ ਉਸ ਤੋਂ ਬਾਅਦ ਮੈਂ ਜਾਣਾ ਕਿੱਥੇ, ਜੇ ਮੈਂ ਜਾਊਂਗੀ ਤਾਂ ਮੇਰਾ ਬਣੂਗਾ ਕੀ, ਜੇ ਮੇਰੇ ਘਰੇ ਪੁਲਿਸ ਆਏਗੀ ਕਿ ਮੈਂ 911 ਕਾਲ ਕਰਾਂ, ਜੇ ਮੇਰੇ ਘਰੇ ਪੁਲਿਸ ਆਏਗੀ ਤਾਂ ਪੁਲਿਸ ਆ ਕੇ ਕਰੇਗੀ ਕੀ, ਕਿ ਜੇ ਮੇਰੇ ਕੋਈ ਸੱਟਾਂ ਲੱਗੀਆਂ ਹੋਈਆਂ ਨੇ ਤਾਂ ਠੀਕ ਹੈ, ਜੇ ਮੇਰੇ ਕੋਈ ਸੱਟਾਂ ਨਹੀਂ ਲੱਗੀਆਂ ਕੀ ਪੁਲਿਸ ਮੇਰੇ 'ਤੇ ਵਿਸ਼ਵਾਸ ਕਰੇਗੀ, ਜੇ ਪੁਲਿਸ ਘਰੇ ਆਏਗੀ ਤਾਂ ਮੇਰੇ ਹਸਬੈਂਡ ਨਾਲ ਜਾਂ ਜੇ ਇਹ ਅਬਿਊਜ਼ ਜਿਹੜਾ ਹੈਗਾ ਇਹ ਕਿਸੇ ਮਰਦ ਦੇ ਨਾਲ ਹੋ ਰਿਹਾ ਤਾਂ ਅਬਿਊਜ਼ਰ ਦੇ ਨਾਲ ਕਰੇਗੀ ਕੀ ਅਬਿਊਜ਼ਰ ਨੂੰ ਚੱਕ ਕੇ ਉਹ ਜੇਲ੍ਹ ਦੇ ਵਿੱਚ ਲੈ ਕੇ ਜਾਣਗੇ, ਕਿ ਅਬਿਊਜ਼ਰ ਬਾਅਦ ਦੇ ਵਿੱਚ ਸਾਡੇ ਘਰੇ ਆ ਕੇ ਸਾਡੇ ਵਾਸਤੇ ਜਾਨ ਦੇ ਲਈ ਖਤਰਾ ਤਾਂ ਨਹੀਂ ਬਣ ਸਕਦਾ, ਕਿ ਜੇ ਪੁਲਿਸ ਅਬਿਊਜ਼ਰ ਨੂੰ ਫੜ ਕੇ ਲੈ ਕੇ ਜਾਏਗੀ ਤਾਂ ਉਸ ਤੋਂ ਬਾਅਦ ਸਾਨੂੰ ਕੋਰਟ ਜਾਣਾ ਪਏਗਾ। ਕਿ ਅੱਜ ਅਦਾਲਤਾਂ ਖੁੱਲ੍ਹੀਆਂ ਨੇ, ਜੇ ਅਦਾਲਤਾਂ ਖੁੱਲ੍ਹੀਆਂ ਨੇ ਤਾਂ ਜੇ ਉੱਥੇ ਜਾਣਾ ਪਿਆ ਤਾਂ ਵਕੀਲ ਹੈਗੇ ਨੇ, ਵਕੀਲਾਂ ਦੇ ਤਾਂ ਖਰਚੇ ਬਹੁਤ ਜ਼ਿਆਦਾ ਨੇ। ਜੇ ਵਕੀਲਾਂ ਦੇ ਖਰਚੇ ਇੰਨੇ ਜ਼ਿਆਦਾ ਨੇ ਤਾਂ ਮੈਂ ਉਹ ਸਾਰੇ ਖਰਚੇ ਜਿਹੜੇ ਨੇ ਉਹ ਪੂਰੇ ਕਰਨੇ ਕਿਵੇਂ ਨੇ? ਉਹ ਖਰਚਿਆਂ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਬਣੇਗਾ ਕੀ? ਜੇ ਘਰੋਂ ਮੈਂ ਬਾਹਰ ਨਿਕਲ ਜਾਂਦੀ ਹਾਂ ਜਾਂ ਨਿਕਲ ਜਾਣਾ ਤਾਂ ਮੈਂ ਜਾ ਕੇ ਰਹਿਣਾ ਕਿੱਥੇ ਹੈ? ਮੇਰੇ ਬੱਚਿਆਂ ਦਾ ਕੀ ਬਣੇਗਾ? ਕੀ ਮੇਰੇ ਬੱਚੇ ਮੈਨੂੰ ਮਿਲਣਗੇ? ਬਹੁਤ ਸਾਰੇ ਕੁਐਸਚਨਸ ਨੇ, ਬਹੁਤ ਸਾਰੇ ਕੁਐਸਚਨਸ। ਅੱਜ ਉਹ ਲੋਕ ਜਿਹੜੇ ਅਬਿਊਜ਼ ਹੋ ਰਹੇ ਨੇ ਤੇ ਉਹ ਲੋਕ ਜਿਹੜੇ ਅਬਿਊਜ਼ਰ ਨੇ, ਦੋਨਾਂ ਦੇ ਮਾਈਂਡ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਹੁੰਦੇ ਨੇ। ਅਸੀਂ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਅੱਜ ਦਾ ਇਹ ਸ਼ੋਅ ਜਿਹੜਾ ਹੈ ਸਪੈਸ਼ਲੀ ਡੋਮੈਸਟਿਕ ਵਾਇਲੈਂਸ ਦੇ ਉੱਪਰ ਕੀਤਾ ਜਾ ਰਿਹਾ ਔਰ ਸਪੈਸ਼ਲੀ ਪੈਂਡੈਮਿਕ ਦੇ ਦੌਰ ਦੇ ਵਿੱਚ ਜਿਹੜੀ ਡੋਮੈਸਟਿਕ ਵਾਇਲੈਂਸ ਸਾਡੇ ਘਰਾਂ ਦੇ ਵਿੱਚ ਹੋ ਰਹੀ ਹੈ।
ਸਾਰੀ ਦੁਨੀਆ ਦੇ ਵਿੱਚ ਹੋ ਰਹੀ ਹੈ, ਇੱਕ ਦੇਸ਼ ਦੇ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਵੱਲ ਦੋਸਤੋ, ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ। ਸਾਡੇ ਨਾਲ ਸਾਡੇ ਕੋਲੇ ਅੱਜ 2 ਗੈਸਟ ਨੇ, ਔਰ ਉਹਨਾਂ ਗੈਸਟ ਦੇ ਵਿੱਚ ਸਾਡੇ ਕੋਲੇ ਪਹਿਲੇ ਹੈ ਨੇ ਜੀ ਸ਼ਹਿਨਾਜ਼ ਰਹਿਮਾਨ, ਜਿਹੜੇ ਕਿ ਐਗਜ਼ੈਕਟਿਵ ਡਾਇਰੈਕਟਰ ਨੇ ਵਮਨ ਸੈਂਟਰ ਸਰੀ ਤੋਂ। ਔਰ ਉਸ ਤੋਂ ਬਾਅਦ ਸਾਡੇ ਨਾਲ ਹੋਣਗੇ ਜੀ ਚੰਦਨ ਸੱਭਰਵਾਲ ਜੀ, ਜਿਹੜੇ ਕਿ ਇੱਕ ਵਕੀਲ। ਸੋ ਅਸੀਂ ਉਹਨਾਂ ਦੋਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ। ਔਰ ਬਹੁਤ ਜ਼ਰੂਰੀ ਹੈ ਕਿ ਸਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਸਾਡੇ ਰਾਈਟਸ ਕੀ ਨੇ, ਸਾਡੀ ਰਿਸਪੌਂਸਿਬਿਲਿਟੀਜ਼ ਕੀ ਨੇ, ਔਰ ਕਦੋਂ ਅਸੀਂ ਪੁਲਿਸ ਨੂੰ ਕਾਲ ਕਰਨਾ ਔਰ ਕਦੋਂ ਅਸੀਂ ਅਦਾਲਤਾਂ ਦੇ ਦਰਵਾਜ਼ੇ ਖਟਖਟਾਉਣੇ ਨੇ। ਮੁਲਾਕਾਤ ਕਰਵਾਨੇ ਆ ਜੀ। शहनाज रहमान, स्वागत है जी। थैंक यू अमृत, शुक्रिया आपका जी। एंड चंदन सब्रवाल, स्वागत है जी। थैंक यू सो मच अमृत जी। जी सब तो पहला मेरा क्वेश्चन शहनाज तुहाडे ताईं कि सच्ची मुच्ची तुसी वमनस ਜਿਹੜੇ ਸੈਂਟਰ ਦੇ ਵਿੱਚ ਐਗਜ਼ੈਕਟਿਵ ਡਾਇਰੈਕਟਰ ਹੋ, ਕਿ ਸੱਚੀ ਮੁੱਚੀ ਬਹੁਤ ਜ਼ਿਆਦਾ ਕੇਸਿਸ ਜਿਹੜੇ ਨੇ ਜਾਂ ਕਾਲਸ ਜਿਹੜੀਆਂ ਨੇ ਹੁਣ ਵਮਨ ਸੈਂਟਰ ਦੇ ਵਿੱਚ ਆ ਰਹੀਆਂ ਨੇ? सरी वुमेन सेंटर जो है 26 साल से सर्विसेज कर रहा है उन औरतों के लिए जिन्होंने वायलेंस या सेक्सुअल असॉल्ट एक्सपीरियंस किया है जी। कोविड से पहले भी हमारा जो सेंटर था उसमें आप ये सोच लें कि तकरीबन एक साल में 1500 से ज़्यादा लोगों औरतों की हम मदद करते थे एक साल में। हमारा एक स्टाफ मेंबर जो है उसके पास ओवर 100 फाइल्स होती हैं जिनकी वो हेल्प कर रहे होते हैं, औरतों की जिनको मदद की ज़रूरत है, जो विक्टिम्स हैं वायलेंस की। कोविड के दौरान, इसके दौरान हमने जो नोटिस किया हमारे सेंटर में कि हमें ये एहसास हुआ कि औरतों के लिए कितने बैरियर्स हैं रिपोर्ट करने के लिए, कि वो उसी घर में हैं, उस अब्यूज़र्स के साथ हैं जहाँ पे वो फ़ोन करना उनके लिए इतना आसान नहीं है। शुरू में हमने ये सारी सर्कमस्टेंस, क्योंकि हमारा भी जो स्टाफ है हमने हमेशा सर्विसेज प्रोवाइड की हैं लोगों को पर्सनली हमारे सेंटर में आके या अपने विक्टिम्स को मिलकर, लेकिन इस दौरान ज़ाहिर है हमारा सारा स्टाफ हेल्थ और सेफ्टी गाइडलाइंस की वजह से ये सारी सर्विसेज रिमोटली प्रोवाइड कर रहा था। जो हमने देखा शुरू में कि बैरियर्स औरतों ने रिपोर्ट किए कि उनको छुपके से कहीं से फ़ोन करना पड़ रहा है, बहुत कम मिनट बात की, बहुत अपनी मुश्किल से उनको ये अपॉर्चुनिटी मिल रही थी कि वो अपने कर सकें, उनकी सेफ्टी इतने रिस्क पे थी। जो हमने देखा शुरू में कि सिवियरिटी जो है वायलेंस की बहुत बढ़ गई थी। हमारा एक प्रोग्राम है डोमेस्टिक वायलेंस यूनिट जो RCMP के साथ एफिलिएटेड है, और हमने देखा कि वायलेंस की सिवियरिटी बढ़ गई, प्रेशर्स, इकोनॉमिक प्रेशर्स फैमिलीज़ में ज़्यादा हो गए हैं, स्ट्रेस बहुत ज़्यादा है, कम जगहों में कुछ लोग रह रहे हैं, और ये प्रेशर्स हमने जो देखा है कि वो रिस्क फैक्टर्स बहुत वो हो गए। शुरू में इस तरह हमने देखा, अब हम देख रहे हैं कि हमारे कॉल्स का वॉल्यूम बढ़ता जा रहा है। जो बैरियर्स हैं वो वायलेंस तो है जो औरतें महसूस कर रही हैं, बट उसके साथ जो इकोनॉमिक रिलेटेड प्रेशर्स हैं जो आ रहे हैं, जो औरतें जिन्होंने अब्यूजिव रिलेशनशिप्स छोड़ दी हैं, जो फैमिली कोर्ट्स के थ्रू जा रहे हैं, चाइल्ड सपोर्ट का वेट कर रहे हैं, उनकी और नीड्स जो इकोनॉमिकल हैं, हम सब वो देख रहे हैं कि वो बैरियर्स उन औरतों के लिए कितने ज़्यादा बढ़ गए हैं। वाह। ਮੈਂ ਇਸ ਤੋਂ ਬਾਅਦ ਤੁਹਾਨੂੰ ਕੁਐਸਚਨ ਕਰਾਂਗੀ ਜੀ ਚੰਦਨ ਸੱਭਰਵਾਲ ਜੀ। ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਤੁਸੀਂ ਇੱਕ ਵਕੀਲ ਹੋ। ਅੱਜ ਔਰਤਾਂ ਨੂੰ ਸਭ ਤੋਂ ਜ਼ਿਆਦਾ ਇਹ ਮਹਿਸੂਸ ਹੋ ਰਿਹਾ, ਜੇ ਅੱਜ ਕਾਲ ਕਰਾਂਗੇ ਵੀ ਨਾ, ਜੇ ਅੱਜ ਪੁਲਿਸ ਡਿਪਾਰਟਮੈਂਟ ਨੂੰ ਕਾਲ ਕਰਕੇ ਬੁਲਾਵਾਂਗੇ ਵੀ, ਕੱਲ ਨੂੰ ਅਦਾਲਤ ਦੇ ਵਿੱਚ ਜਾਣਾ ਹੈ ਤੇ ਪਤਾ ਨਹੀਂ ਅਦਾਲਤਾਂ ਖੁੱਲੀਆਂ ਵੀ ਨੇ ਕਿ ਨਹੀਂ। ਕੀ ਸੱਚੀ ਮੁੱਚੀ ਅਦਾਲਤਾਂ ਅੱਜ ਖੁੱਲੀਆਂ ਨੇ? जी, सो कोर्ट्स फिजिकली बंद ने, लेकिन अगर कोई भी मसला अर्जेंट है ਉਹ ਵੇਟ ਨਹੀਂ ਕਰ ਸਕਦਾ, ਔਰ ਉਹਨਾਂ ਦੇ ਵਿੱਚੋਂ ਇੱਕ ਹੈ ਪ੍ਰੋਟੈਕਸ਼ਨ ਆਰਡਰਸ। ਸੋ ਉਹ ਅਸੀਂ ਲੈ ਸਕਦੇ ਹਾਂ। ਸਾਰੀਆਂ ਸੁਣਵਾਈਆਂ ਜਿਹੜੀਆਂ ਹੋ ਰਹੀਆਂ ਨੇ ਉਹ ਬਾਈ ਫੋਨ ਹੋ ਰਹੀਆਂ ਨੇ, ਪਰ ਇਟਸ ਪੋਸੀਬਲ ਹੋ ਰਹੀਆਂ ਨੇ। ਸੋ ਕੋਈ ਵੀ ਮਸਲਾ ਹੋਵੇ ਜਿੱਥੇ ਤੁਹਾਡੀ ਜਾਂ ਤੁਹਾਡੇ ਬੱਚਿਆਂ ਦੀ ਸੇਫਟੀ, ਤੁਹਾਡੀ ਸੁਰੱਖਿਆ ਦਾ ਕੋਈ ਵੀ ਇਸ਼ੂ ਹੋਵੇ, ਬੱਚੇ ਅਗਰ ਇੱਕ ਮਾਂ ਪਿਓ ਨੇ ਬੱਚੇ ਆਪਣੇ ਕੋਲ ਰੱਖੇ ਹੋਏ ਨੇ ਔਰ ਦੂਸਰਾ ਪੇਰੈਂਟ ਮਿਲਣ ਨਹੀਂ ਦੇ ਰਿਹਾ, ਉਹ ਐਪਲੀਕੇਸ਼ਨਸ ਅਸੀਂ ਕਰ ਸਕਦੇ ਹਾਂ। ਕੋਰਟ ਉਹਨਾਂ ਦੀ ਸੁਣਵਾਈ ਕਰ ਰਿਹਾ ਹੈ।
Okay. ਔਰ ਅਗਰ ਸਾਨੂੰ ਇਹ ਵੀ ਡਰ ਹੈ ਆਰਥਿਕ ਤੌਰ ਤੇ ਕਿ ਇੱਕ ਸਪਾਊਸ ਜਿਹਦੇ ਨਾਮ ਦੇ ਵਿੱਚ ਸਾਰਾ ਕੁਝ ਹੈ ਜਾਂ ਉਹਦੇ ਨਾਮ 'ਚ ਅਕਾਊਂਟ ਨੇ, ਉਹਨੇ ਸਾਰੇ ਪੈਸੇ ਇੱਧਰ ਉੱਧਰ ਕਰ ਲੈਣੇ ਨੇ, ਸਾਨੂੰ ਆਰਡਰ ਐਮਰਜੈਂਸੀ ਆਰਡਰ ਲੈਣੇ ਪੈਣ ਕਿ ਅਸੀਂ ਉਹਨਾਂ ਐਸੈਟਸ ਨੂੰ ਜਾਂ ਉਹਨਾਂ ਬੈਂਕ ਅਕਾਊਂਟਸ ਨੂੰ ਫ੍ਰੀਜ਼ ਕਰ ਸਕੀਏ, ਉਹ ਆਰਡਰਸ ਵੀ ਲਏ ਜਾ ਸਕਦੇ ਨੇ। ਓਕੇ, ਸੋ ਬੇਸਿਕਲੀ ਬੇਸਿਕ ਕੋਰਟਸ ਜਿਹੜੀਆਂ ਨੇ ਓਪਨ ਨਹੀਂ ਹੈ ਲੇਕਿਨ ਕੰਮ ਹੋ ਰਹੇ ਨੇ। ਹਾਂਜੀ, ਕੰਮ ਹੋ ਰਹੇ ਨੇ। Very ਔਰ ਜਿੱਥੇ ਤੱਕ ਕੱਲ ਹੀ ਇੱਕ ਸਾਡੀ ਜਿਹੜੇ ਚੀਫ ਜਸਟਿਸ ਨੇ BC ਸੁਪਰੀਮ ਕੋਰਟ ਦੇ, ਉਹਨਾਂ ਦੀ ਉਹ ਗੱਲਬਾਤ ਕਰ ਰਹੇ ਸੀ ਸਾਰੇ ਸਾਡੀ ਕਮਿਊਨਿਟੀ ਦੇ ਨਾਲ, ਸਾਡੇ ਵਕੀਲਾਂ ਦੀ ਕਮਿਊਨਿਟੀ ਦੇ ਨਾਲ, ਔਰ ਉਹ ਕਹਿ ਰਹੇ ਸੀ ਕਿ ਜਿਹੜੀ ਵੀ ਐਪਲੀਕੇਸ਼ਨਸ ਦੀ ਅਸੀਂ ਅਰਜ਼ੀਆਂ ਪਾ ਰਹੇ ਨੇ 60% ਜਿਹੜੀ ਐਪਲੀਕੇਸ਼ਨਸ ਉਹ ਸੁਣ ਰਹੇ ਨੇ, ਅਰਜੈਂਟ ਐਪਲੀਕੇਸ਼ਨਸ ਸਪੈਸ਼ਲੀ ਸੁਰੱਖਿਆ ਬੱਚਿਆਂ ਦੀ ਔਰ ਪਾਰਟੀਜ਼ ਦੀ, ਸੋ ਔਰਤਾਂ ਦੀ, ਮਰਦਾਂ ਦੀ, ਜਿਨ੍ਹਾਂ ਨੂੰ ਵੀ ਲੱਗਦਾ ਹੈ ਕਿਸੇ ਅਬਿਊਸਿਵ ਰਿਲੇਸ਼ਨਸ਼ਿਪ ਦੇ ਵਿੱਚ ਨੇ, ਉਹਨਾਂ ਦੀ ਸੁਰੱਖਿਆ ਵਾਸਤੇ ਹਲੇ ਵੀ ਕੋਰਟਸ ਅਰਜ਼ੀਆਂ ਸੁਣ ਰਹੇ ਨੇ ਔਰ ਵਕੀਲ ਉਹ ਅਰਜ਼ੀਆਂ ਪਾ ਸਕਦੇ ਨੇ both at provincial court and supreme court. ਤੁਸੀਂ ਹੁਣੇ ਗੱਲ ਕੀਤੀ ਪ੍ਰੋਟੈਕਸ਼ਨ ਆਰਡਰਸ। ਪ੍ਰੋਟੈਕਸ਼ਨ ਆਰਡਰਸ ਕੀ ਚੀਜ਼ ਹੈ? ਪ੍ਰੋਟੈਕਸ਼ਨ ਆਰਡਰਸ ਇੱਕ ਇਹੋ ਜਿਹਾ ਆਰਡਰ ਹੈ, ਇਹਨੂੰ ਸੁਰੱਖਿਆ ਆਰਡਰ ਹੀ ਕਹਿ ਸਕਦੇ ਆ ਆਪਾਂ, ਜਿੱਥੇ ਆਪਾਂ ਆਰਡਰ ਲੈ ਸਕਦੇ ਆ ਕਿ ਜਿਹੜਾ ਅਬਿਊਜ਼ਰ ਹੈ ਉਹ ਵਿਕਟਮ ਨੂੰ ਕੰਟੈਕਟ ਨਾ ਕਰੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਮੀਨਸ ਨਾ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ, ਨਾ ਮਿਲ ਸਕਦੇ ਹੋ, ਨਾ ਉਹਨਾਂ ਦੇ ਘਰ ਜਾ ਸਕਦੇ ਹੋ, ਜਿੱਥੇ ਵੀ ਉਹ ਹੋਣ। ਇਹਨੂੰ ਇੱਕ ਸੁਰੱਖਿਆ ਆਰਡਰ ਕਿਹਾ ਜਾਂਦਾ ਹੈ ਤਾਂ ਕਿ ਤੁਹਾਡਾ ਜਿਹੜਾ ਤੁਹਾਨੂੰ ਕੋਈ ਹਾਰਮ ਨਾ ਆ ਸਕੇ, ਤੁਹਾਨੂੰ ਕਿਸੇ ਤਰੀਕੇ ਦੇ ਨਾਲ ਹਰਟ ਨਾ ਕਰ ਸਕਣ। ਔਰ ਇਹ ਆਪਾਂ ਬੱਚਿਆਂ ਵਾਸਤੇ ਵੀ ਲੈ ਸਕਦੇ ਹਾਂ। There's also orders that are called non-removal orders. So ਕਈਆਂ ਨੂੰ ਡਰ ਹੁੰਦਾ ਹੈ ਕਿ ਕਿਤੇ ਬੱਚਿਆਂ ਨੂੰ ਦੂਸਰੀ ਪਾਰਟੀ ਲੈ ਕੇ ਕਿਤੇ ਚਲੀ ਨਾ ਜਾਵੇ। ਹਾਲ ਦੀ ਘੜੀ ਤਾਂ it's very hard because movement is restricted, ਪਰ ਉਹ ਉਸ ਤਰੀਕੇ ਦੇ ਆਰਡਰਸ ਵੀ ਹੁੰਦੇ ਨੇ। ਬਿਲਕੁਲ ਠੀਕ ਹੈ। ਸ਼ਹਿਨਾਜ਼, ਹੁਣ ਤੁਸੀਂ ਦੱਸੋ, ਜਦੋਂ ਇੱਕ ਅਬਿਊਜ਼ਰ ਘਰੇ ਹੈ, ਜਦੋਂ ਲੇਡੀਜ਼ ਤੁਹਾਨੂੰ ਜਾਂ ਕੋਈ ਹੋਰ ਜਿਹੜਾ ਅਬਿਊਜ਼ ਹੋ ਰਿਹਾ ਉਹ ਤੁਹਾਨੂੰ ਕਾਲ ਕਰਦਾ ਸੀ, ਜਦੋਂ ਅਬਿਊਜ਼ਰ ਘਰੋਂ ਚਲੇ ਜਾਂਦਾ ਸੀ, ਜਦੋਂ ਉਹ ਘਰੋਂ ਚਲਾ ਗਿਆ, ਉਹਨਾਂ ਦੇ ਕੋਲ ਸਮਾਂ ਹੁੰਦਾ ਸੀ ਕਿ ਉਹ ਤੁਹਾਨੂੰ ਕਾਲ ਕਰ ਸਕਦੇ ਨੇ, ਉਹ ਦੱਸ ਸਕਦੇ ਨੇ ਕਿ ਉਹ ਕਿਹੋ ਜਿਹੀ ਸਿਚੁਏਸ਼ਨ ਦੇ ਵਿੱਚ ਨੇ। ਲੇਕਿਨ ਹੁਣ ਤਾਂ 24 ਘੰਟੇ ਸਾਰੇ ਲੋਕ ਘਰੇ ਨੇ। ਹੁਣ ਲੋਕ ਤੁਹਾਨੂੰ ਕਾਲ ਕਿਵੇਂ ਕਰਦੇ ਨੇ? ਕਾਲਾਂ ਦਾ ਵੋਲਿਊਮ ਜਿਹੜਾ 4 ਟਾਈਮ ਜ਼ਿਆਦਾ ਹੋ ਗਿਆ, ਲੇਕਿन ਕਾਲ करनी ਤਾਂ असंभव लगती है। आपकी बात बिल्कुल सही है, बहुत ज़्यादा मुश्किल है। ये वक्त बहुत इम्पोर्टेंट वक्त है हमें रियलाइज़ करना कि औरतें जनरली हमारी सोसाइटी में, हमारी कम्युनिटी में जनरली अपना वायलेंस जो वो एक्सपीरियंस करती हैं उसको मिनिमाइज़ करती हैं, उसको कम महसूस करती हैं। वो फ़ोन उस वक्त उठाती हैं जब हालात बिल्कुल कंट्रोल के बाहर होते हैं, जब उनको रिस्क होता है अपने लाइफ का, जब उनको रिस्क होता है अपने बच्चों की ज़िंदगी का। ये बहुत इम्पॉर्टेंट चीज़ है कि जब औरतें सपोर्ट के लिए कॉल करती वो या तो अपने बच्चों के लिए करती हैं, जब वो उन रिलेशनशिप्स में रहती भी हैं तब भी वो अपने बच्चों के लिए रहती हैं। तो हमें जब वो कॉल्स का एहसास है कि वो कॉल जो फ़ोन उठा के किसी औरत ने किया है वो कितना बड़ा स्टेप है उसके लिए, और उसने कितनी मुश्किलें सह कर वो उस पॉइंट पर आई है कि वो कॉल आए। हम किसी भी कॉल को बिल्कुल मिनिमाइज़ नहीं करते। हमारे सरी वुमेन सेंटर में हमने बहुत देखा है कि कितनी होमिसाइड्स हुई हैं। औरतों के लिए सबसे डेंजरस टाइम होता है लाइफ में जब वो अपने अब्यूज़र को छोड़ने का सोचती हैं, जब वो फ़ोन उठा के हेल्प के लिए फ़ोन करती हैं, वो सबसे ज़्यादा ख़तरनाक टाइम होता है। उस हिसाब से डेंजरस टाइम व्हेन दे आर गोइंग टू कॉल यू, हाउ? इस तरह की उन डेंजरस टाइम उनकी लाइफ में जैसे मैंने कहा है कि अक्सर औरतें वायलेंस को अपना मिनिमाइज़ करती हैं। वो सोचती हैं कि ये चीज़ हम हैंडल कर सकते हैं या इतना बुरा नहीं है। अब्यूज़र सबसे पहले जो है सेल्फ इस्टीम औरतों की अटैक करते हैं, उनको बताते हैं ये तुम्हारी फॉल्ट है, ये वायलेंस जो है ये तुम्हारी वजह से हो रहा है, तुमने जो किया, जो भी मिसालें वो देते हैं उनको वो उन पे डालते हैं। औरतें जब फ़ोन उठा के करती हैं तो उनको ये एहसास होता है कि इस वक्त मेरी लाइफ ख़तरे में है, मेरे बच्चे ख़तरे में हैं, मुझे हेल्प चाहिए। वो किसी मामूली लड़ाई झगड़ों में फ़ोन उठा के नहीं फ़ोन करती हैं। तो जब वो करती हैं, हमारा सबसे बड़ा रिस्पॉन्स उन कॉल्स पर होता है कि हम एक रिस्क असेसमेंट करते हैं। हम उनसे सवाल पूछते हैं चीज़ों की कि क्या घर में कोई हथियार हैं,
کیا اس نے آپ کو اسٹرینگولیٹ کرنے کی یا گلا دبانے کی کوشش کی ہے. اور آپ حیران ہوں گی سن کے کہ ہمارے پاس کالز میں بہت دفعہ عورتوں نے یہ شیئر کیا ہے کہ ان پہ اسٹرینگولیشن اٹیمپٹ صرف ایک دفعہ نہیں بہت دفعہ ہو چکے ہیں. ان پہ انہوں نے کافی سیریس انجریز بھی لی ہیں لیکن رپورٹ کرنے میں ان کا ہیزیٹیشن ہوتا ہے. یہ ہمارے سوسائٹی کے کچھ میسیجز ہوتے ہیں کمیونٹی کے کہ برداشت کرنے کی ایک ایکسپیکٹیشن ہوتی ہے عورتوں سے. جب وہ رسک اسیسمنٹ ہم کر لیتے ہیں ان عورتوں کے ساتھ اور اندازہ لگاتے ہیں کہ کچھ فیکٹرز ہیں کہ اگر ویپنز ہیں گھر میں, اگر اسٹرینگولیٹ کرنے کی کوشش کی گئی ہے, اگر اس کو دھمکی دی گئی ہے کہ اس کو مار دیں گے یا بچوں کو مار دیں گے, اور ڈفرینٹ فیکٹرز ہیں, مینٹل ہیلتھ النیسز ہیں, ایڈکشنز ہیں, تو اس حساب سے پھر ہم اس کی سپورٹ اور سیفٹی پلان اس کے ساتھ فون پہ بناتے ہیں کہ وہ کیا چیزیں ایسے کر سکتی ہے کہ اپنی سیفٹی انکریز کر سکے. تو ہم ان چیزوں میں اس کی ہیلپ کرتے ہیں. رائٹ ناؤ ہماری کینیڈین گورنمنٹ نے بہت سپورٹ سروسز ٹرانزیشن ہاؤسز کو پہنچائی ہیں, سروسز کو پہنچائی ہیں کہ وہ عورتیں ٹرانزیشن ہاؤس میں جا سکیں. اور اگر ٹرانزیشن ہاؤس میں جگہ نہیں ہے اور وہ نہیں اس کو اکوموڈیٹ کر سکتے تو کچھ ایسے پروویژنس بھی ہیں کہ جہاں پہ ان عورتوں کو اسپیشل ہوٹل اکوموڈیشن بھی ان کے لیے ارینج کیا جا سکتا ہے, جہاں پر ان کو ایک سیفٹی اور ہوٹل سیٹنگ میں بھی ہم کر سکتے ہیں. ہمارا جو اسٹاف ہے ہم ایک ٹرانزیشن ہاؤس نہیں, ہم ایک سینٹر ہیں جو ایک کرائسس سینٹر ہے عورتوں کے لیے. ہم ان عورتوں کو سپورٹ کرتے ہیں ان پروسیسز کے تھرو گزرنے کا. ٹرانزیشن ہاؤس, انکم اسسٹنٹ, جتنی کیپیسٹی میں ہم ان کی مدد کر سکتے ہیں ہم کرتے ہیں. اور میں ایک اور پروگرام آپ کو بتاؤں گی کہ وائلنس جو ہے وہ صرف 9 to 5 نہیں ہوتا. ہم جانتے ہیں وائلنس کسی وقت بھی ارپٹ ہوتا ہے. تو ہمارا ایک پروگرام ہے اسمارٹ پروگرام جو ہے سری موبائل اسالٹ رسپانس ٹیم, اور یہ ہماری ایک وین ہے جو ایکچولی 5 رات کو گزرتی ہے سری کے ان ایریاز میں جو بہت والنریبل ہیں اور ہوملیسنس اور عورتیں جو بہت برے حالات میں ہیں, ایون جو اسٹریٹس پر آ گئی ہیں, ان عورتوں کا بھی ایک پاسٹ ہے, ان عورتوں کی ایک ضروریات ہیں. وہ ایکسپلوئٹڈ عورتیں ہیں جو سڑک پر ہیں, ہم ان کو بھول نہیں سکتے. اور آپ کو پتہ ہے پکٹن کیس میں کتنی عورتیں مرڈرڈ ہوئی تھیں صرف اس لیے کہ وہ انویزیبل ہو گئی تھی سوسائٹی میں, دیکھی نہیں جا رہی تھی. تو ہماری وین جو ہے وہ جا کر لاسٹ ویک الون جب سے یہ کووڈ شروع ہوا ہے بیکاز آف سیفٹی پروٹوکالز ہم اس وین کو آپریٹ اس لیے نہیں کر پا رہے تھے. ہمیں گائیڈ لائنس چاہیے تھیں اپنے اسٹاف کی سیفٹی کے لیے, ہمارے والنٹیئرس کی سیفٹی کے لیے, اور ایون جو لوگ سڑک پر ہیں ان کی سیفٹی کے لیے. تو ہم نے وہ سارے پروٹوکالز ڈیولپ کر کے لاسٹ ویک ہماری وین نے پھر سری کے اسٹریٹس میں جا کے کیا ہے, اور صرف ایک ہفتے کے اندر ہم نے 236 لوگ جو ہوملیس لوگ ہیں ان کو سپورٹ پہنچائی ہے فوڈ کے ذریعے, ان کو ہارم ریڈکشن سپلائیز ان کو پرووائڈ کی ہیں. اور ان میں سے کچھ ایسی بھی ہیں, تقریباً 20 عورتیں تھیں جو اسٹریٹ ورکرز ہیں جن کی لائف اور بھی رسک پر ہوتی ہے ان موقعوں پہ کیونکہ وہ ایکسپلوئٹڈ ہیں کافی. تو ہمارا کام یہ ہے کہ ہم 24/7 کی سروس ہیں, کرائسس لائن ہے ہماری, اور جو 24 آورز ہم لوگ وہ پرووائڈ کرتے ہیں سپورٹ سروسز عورتوں کو ہر حال میں. ਬਿਲਕੁਲ. ਅੱਛਾ ਹੁਣ ਮੈਂ ਗੱਲ ਕਰਦੀ ਹਾਂ ਚੰਦਨ ਤੁਹਾਡੇ ਨਾਲ. ਚੰਦਨ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੁੰਦੀ ਹੈ ਕਿ ਸਭ ਤੋਂ ਪਹਿਲਾਂ 911 ਕਾਲ ਕਰਨੀ ਵੀ ਬਹੁਤ ਔਖੀ ਹੈ, ਲੇਕਿਨ ਉਸ ਤੋਂ ਬਾਅਦ ਹੋਏਗਾ ਕਿ ਸਾਨੂੰ ਆਵਾਮ ਨੂੰ, ਆਮ ਔਰਤਾਂ ਨੂੰ ਕੁਝ ਨਹੀਂ ਪਤਾ. ਕੀ ਤੁਸੀਂ ਲੀਗਲ ਪੁਆਇੰਟ ਆਫ ਵਿਊ ਦੇ ਨਾਲ ਦੱਸ ਸਕਦੇ ਹੋ ਜੇ RCMP ਘਰੇ ਆਉਂਦੀ ਹੈ, ਜੇ ਕੋਈ ਸਿਟੀ ਪੁਲਿਸ ਘਰੇ ਆਉਂਦੀ ਹੈ, ਉਸ ਤੋਂ ਬਾਅਦ ਹੋਏਗਾ ਕੀ? ਵਨਸ ਪੁਲਿਸ ਤੁਹਾਡੇ ਘਰ ਆਉਂਦੀ ਹੈ ਉਹਨਾਂ ਨੇ ਸਟੇਟਮੈਂਟਸ ਲੈਣੀ ਹੁੰਦੀ ਹੈ. ਜਨਰਲੀ ਫਰਸਟ ਥਿੰਗ ਇਹ ਕਰਦੇ ਆ ਜਿਹੜਾ ਵੀ ਅਟੈਂਡਿੰਗ ਪੁਲਿਸ ਆਫਿਸਰ ਹੋਏਗਾ ਉਹਨਾਂ ਦੇ ਨਾਲ ਗੱਲ ਕਰੇਗਾ ਜਿਨ੍ਹਾਂ ਨੇ ਕਾਲ ਕੀਤੀ ਹੈ. ਫਿਰ ਜਿਹੜਾ ਅਬਿਊਜ਼ਰ ਹੈ ਜਿਹਦੇ ਅਗੇਂਸਟ ਐਲੀਗੇਸ਼ਨਸ ਲੱਗੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ, ਉਹਨਾਂ ਦੀ ਸਟੇਟਮੈਂਟਸ ਲਈ ਜਾਣਗੀਆਂ. ਅਗਰ ਕੋਈ ਹੋਰ ਘਰ ਦੇ ਵਿੱਚ ਰਹਿ ਰਹੇ ਨੇ ਤੁਹਾਡੇ ਨਾਲ, ਬੱਚੇ ਵੀ ਹੋ ਸਕਦੇ ਨੇ, ਅਗਰ ਬੱਚਿਆਂ ਦੀ ਸਟੇਟਮੈਂਟ ਬੱਚੇ ਇੰਨੇ ਯੋਗ ਹੈਗੇ ਆ ਕਿ ਉਹ ਦੱਸ ਸਕਦੇ ਨੇ ਕਿ ਹੋਇਆ ਕੀ, ਤੇ ਉਹਨਾਂ ਦੀ ਵੀ ਸਟੇਟਮੈਂਟਸ ਲਈਆਂ ਜਾਣਗੀਆਂ. ਉਸ ਤੋਂ ਬਾਅਦ ਜਿਹੜੇ ਆਫਿਸਰ ਅਟੈਂਡ ਕਰ ਰਹੇ ਨੇ ਉਹ ਵੇਖਣਗੇ ਉਹਨਾਂ ਦੇ ਹਿਸਾਬ ਦੇ ਨਾਲ ਕਿ ਅਰੈਸਟ ਕਰਨੀ ਬਣਦੀ ਹੈ ਜਾਂ ਨਹੀਂ. ਫਰਸਟ ਡਿਸੀਜਨ ਉਹਨਾਂ ਦਾ ਹੈ. ਅਗਰ ਉਹ ਅਰੈਸਟ ਕਰਕੇ ਲੈ ਜਾਂਦੇ ਨੇ ਅਬਿਊਜ਼ਰ ਨੂੰ, ਜਿਨ੍ਹਾਂ ਤੇ ਵੀ ਐਲੀਗੇਸ਼ਨ ਲੱਗੀ ਹੈ ਜਾਂ ਚਾਰਜ ਲੱਗੇ ਨੇ, ਉਹਨਾਂ ਨੂੰ ਉਹ ਲੈ ਜਾਣਗੇ. ਜਨਰਲੀ ਕੀ ਹੁੰਦਾ ਹੈ, ਉਹਨਾਂ ਨੂੰ ਰਾਤ ਰੱਖਣਗੇ ਔਰ ਫਿਰ ਉਹਨਾਂ ਦੀ ਬੇਲ ਹੀਅਰਿੰਗ ਹੁੰਦੀ ਹੈ. ਔਰ ਇਹ ਹੀਅਰਿੰਗਸ ਹੱਲੇ ਵੀ ਚੱਲ ਰਹੀਆਂ ਨੇ, ਇਹ ਜਾਰੀ ਨੇ. ਔਰ ਉਸ ਤੋਂ ਬਾਅਦ ਕੰਡੀਸ਼ਨਸ ਦੇ ਉੱਪਰ
ਜਿਹਦੇ ਤੇ ਵੀ ਚਾਰਜ ਲੱਗੇ ਨੇ ਅਕਿਊਜ਼ ਦੇ ਉੱਤੇ, ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਜਨਰਲੀ ਅਗਰ ਅਸੌਲਟ ਜਾਂ ਅਟਰਿੰਗ ਥ੍ਰੈਟਸ, ਸੋ ਧਮਕੀਆਂ ਦੇਣੀਆਂ ਜਾਂ ਅਗਰ ਮਾਰ ਕੁਟਾਈ ਦੇ ਚਾਰਜ ਲੱਗੇ ਨੇ ਤਾਂ ਨੋ ਕੰਟੈਕਟ ਪ੍ਰੋਵੀਜ਼ਨਸ ਵਿੱਚ ਹੁੰਦੀਆਂ ਨੇ। ਸੋ ਜਿਹੜਾ ਜਿਸਨੇ ਵੀ ਅਕਿਊਜ਼ ਜਿਹਦੇ ਤੇ ਵੀ ਆਰੋਪ ਲੱਗੇ ਨੇ, ਆਰੋਪੀ ਜਿਹੜਾ ਹੈ ਉਹ ਵਿਕਟਮ ਨੂੰ ਫਿਰ ਕੰਟੈਕਟ ਨਹੀਂ ਕਰ ਸਕਦਾ। ਸੋ ਬਿਲਕੁਲ ਉਸ ਹਾਲਾਤ ਦੇ ਵਿੱਚ ਰਾਈਟ ਅਵੇ ਮੇਰੀ ਸਲਾਹ ਇਹ ਹੋਏਗੀ ਕਿ ਜਿਹੜਾ ਵੀ ਵਿਕਟਮ ਹੈ ਉਹਦੇ ਕੋਲ ਇੱਕ ਤੇ ਉਹ ਨੋ ਕੰਟੈਕਟ ਆਰਡਰ ਦੀ ਕਾਪੀ ਹੋਣੀ ਚਾਹੀਦੀ ਹੈ ਹਮੇਸ਼ਾ ਹੀ। ਤੁਸੀਂ ਉਹ ਵਿਕਟਮ ਸਰਵਿਸਿਜ਼ ਤੋਂ ਲੈ ਸਕਦੇ ਹੋ, ਉਹ ਆਪਣੇ ਕੋਲ ਰੱਖੋ, ਕਿਉਂਕਿ ਅਗਰ ਜਿਹੜਾ ਆਰੋਪੀ ਹੈ ਉਹ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਤੁਸੀਂ ਦੁਬਾਰਾ ਪੁਲਿਸ ਨੂੰ ਫੋਨ ਕਰਕੇ ਇਤਲਾਹ ਕਰੋ। ਬਿਲਕੁਲ ਫਿਰ ਆਰੋਪੀ ਤੇ ਇੱਕ ਹੋਰ ਚਾਰਜ ਲੱਗੇਗਾ, ਕਿਉਂਕਿ ਇਹ ਇਹਨੂੰ ਬ੍ਰੀਚ ਕਿਹਾ ਜਾਂਦਾ ਹੈ। ਉਹਨਾਂ ਨੇ ਉਲੰਘਣਾ ਕੀਤੀ ਹੈ, ਜੋ ਕੰਡੀਸ਼ਨਸ ਉਹਨਾਂ ਤੇ ਲੱਗੀਆਂ ਨੇ ਉਹਦੀ ਉਲੰਘਣਾ ਹੋਈ ਹੈ, ਉਹ ਸੈਪਰੇਟ ਚਾਰਜ ਬਣਦਾ ਹੈ। ਸੋ ਜਿਹੜਾ ਵੀ ਵਿਕਟਮ ਹੈ ਇਹ ਉਹਦੀ ਪ੍ਰੋਟੈਕਸ਼ਨ ਵਾਸਤੇ ਹੈ। ਤੁਹਾਡੇ ਨਾਲ ਕੋਈ ਵੀ ਕੰਟੈਕਟ, ਔਰ ਕੰਟੈਕਟ ਇਹ ਨਹੀਂ ਕਿ ਤੁਹਾਨੂੰ ਫੋਨ ਕੀਤਾ ਹੈ, ਨੋ, ਇਟ ਕੈਨ ਬੀ ਫੇਸਬੁੱਕ ਤੇ ਤੁਹਾਡੇ ਬਾਰੇ ਕੋਈ ਪੋਸਟ ਕੀਤੀ ਹੈ। ਮੈਂ ਇਹ ਵੀ ਵੇਖਿਆ ਕਿ ਲੋਕ ਆਪਣਾ WhatsApp ਸਟੇਟਸ ਤੇ ਬੜੀ ਅਜੀਬ ਚੀਜ਼ਾਂ ਪਾਉਂਦੇ ਨੇ, ਉਹਨੂੰ ਵੀ ਇਨਡਾਇਰੈਕਟ ਕੰਟੈਕਟ ਸਮਝਿਆ ਜਾ ਸਕਦਾ ਹੈ। ਸੋ ਇਹ ਨਹੀਂ ਕਿ ਤੁਸੀਂ ਡਾਇਰੈਕਟਲੀ ਕੰਟੈਕਟ ਕਰਕੇ ਹੀ ਉਲੰਘਣਾ ਕਰੋਗੇ ਕੰਡੀਸ਼ਨਸ ਦੀ। ਨੋ, ਜੇ ਤੁਸੀਂ ਕਿਸੇ ਥਰਡ ਪਰਸਨ ਨੂੰ ਕਹਿ ਰਹੇ ਹੋ ਕਿ ਭਾਈ ਪਲੀਜ਼ ਤੂੰ ਜਾ ਕੇ ਉਹਨੂੰ ਕਹਿ ਦੇ ਚਾਰਜ ਵਾਪਸ ਲੈ ਲੈ, ਮੈਂ ਬੜੀ ਮਾਫੀ ਮੰਗਦਾ ਜਾਂ ਮੇਰੇ ਤੋਂ ਗਲਤੀ ਹੋ ਗਈ, ਇਹ ਵੀ ਇਨਡਾਇਰੈਕਟ ਕੰਟੈਕਟ ਹੈ। ਸੋ ਅਗਰ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਹਰਾਸ ਕੀਤਾ ਜਾ ਰਿਹਾ ਹੈ, ਇਹ ਵੀ ਤੁਸੀਂ ਰਿਪੋਰਟ ਕਰ ਸਕਦੇ ਹੋ, ਕਿਉਂਕਿ ਇਹ ਵੀ ਕੰਡੀਸ਼ਨ ਦੀ ਉਲੰਘਣਾ ਹੈ, ਇਹ ਵੀ ਨਹੀਂ ਕਰਨੀ ਚਾਹੀਦੀ। ਸੋ ਬ੍ਰੀਚ ਕੀਤਾ ਉਹਨਾਂ ਨੇ ਜਿਹੜਾ ਵੀ ਉਹ ਸੀ। ਠੀਕ ਹੈ, ਅੱਛਾ, ਬਟ ਚੰਦਨ ਹੁਣ ਸਭ ਤੋਂ ਵੱਡੀ ਗੱਲ ਆਉਂਦੀ ਹੈ ਕਿ ਜਦੋਂ ਪੁਲਿਸ ਦੇ ਕੋਲ ਚਲੇ ਗਏ, ਇੱਕ ਕੋਰਟ ਦੇ ਵਿੱਚ ਮੈਟਰ ਜਾਏਗਾ, ਅਦਾਲਤਾਂ ਦੇ ਵਿੱਚ ਵਕੀਲ ਚਾਹੀਦੇ ਨੇ ਔਰ ਵਕੀਲ ਬਹੁਤ ਮਹਿੰਗੇ ਨੇ। ਹੁਣ ਜਿਹੜੀ BC ਲੀਗਲ ਏਡ ਹੈ, BC ਲੀਗਲ ਏਡ ਹਾਲੇ ਖੁੱਲੀ ਹੈ ਕਿ BC ਲੀਗਲ ਏਡ ਜਿਹੜੀ ਹੈ ਡੋਮੈਸਟਿਕ ਵਾਇਲੈਂਸ ਦੇ ਵਿੱਚ ਹੈਲਪ ਕਰ ਸਕਦੀ? ਬਿਲਕੁਲ। ਸੋ ਅਗਰ ਆਰੋਪੀ ਤੇ ਕੋਈ ਕ੍ਰਿਮੀਨਲ ਚਾਰਜ ਲੱਗਾ ਹੈ ਤੇ ਸਰਕਾਰੀ ਵਕੀਲ, ਉਹਨੂੰ ਕਰਾਊਨ ਕਾਉਂਸਲ ਕਿਹਾ ਜਾਂਦਾ ਹੈ, ਕਰਾਊਨ ਕਾਉਂਸਲ ਜਿਹੜੇ ਆ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਕਟਮਸ ਦੇ ਵਾਸਤੇ ਕੇਸ ਲੜਦੇ ਨੇ, ਉਹਦੇ ਤੇ ਕੋਈ ਵਿਕਟਮ ਦਾ ਪੈਸਾ ਨਹੀਂ ਲੱਗਦਾ। ਸੋ ਉਹਦੇ ਤਰਫੋਂ ਇਹ ਚਿੰਤਾ ਨਹੀਂ ਕਰਨੀ ਚਾਹੀਦੀ ਆਪਾਂ ਨੂੰ, ਠੀਕ ਹੈ। ਔਰ ਅਗਰ ਆਪਾਂ ਫੈਮਿਲੀ ਲਾਅ ਕੋਰਟ ਦੇ ਵਿੱਚ ਜਾਣਾ ਚਾਹੀਏ ਤਾਂ ਲੀਗਲ ਏਡ ਵੀ ਅਵੇਲੇਬਲ ਹੈ। ਅਗਰ ਤੁਸੀਂ ਡੋਮੈਸਟਿਕ ਵਾਇਲੈਂਸ ਹੋ ਰਿਹਾ ਹੈ ਤੇ ਤੁਸੀਂ ਪ੍ਰੋਟੈਕਸ਼ਨ ਆਰਡਰ ਲੈਣਾ ਚਾਹੁੰਦੇ ਹੋ, ਤੁਸੀਂ ਬੱਚਿਆਂ ਦੀ ਕਸਟਡੀ, ਚਾਈਲਡ ਸਪੋਰਟ, ਇਹਨਾਂ ਚੀਜ਼ਾਂ ਵਾਸਤੇ ਕੋਰਟ ਦੇ ਵਿੱਚ ਕੇਸ ਦਰਜ ਕਰਾਉਣਾ ਚਾਹੁੰਦੇ ਹੋ, ਦੈਨ ਲੀਗਲ ਏਡ ਖੁੱਲੀ ਹੈ, ਤੁਸੀਂ ਉਹਨਾਂ ਨੂੰ ਫੋਨ ਕਰਕੇ ਐਪਲੀਕੇਸ਼ਨ ਕਰ ਸਕਦੇ ਹੋ। ਰਿਸੋਰਸਿਸ ਹਾਲੇ ਵੀ ਹਨ ਔਰ ਵਕੀਲ ਵੀ ਕੰਮ ਕਰ ਰਹੇ ਨੇ। ਸੋ ਟੰਗ ਜਿਹੜਾ ਹੈ ਉਹ ਥੋੜਾ ਹਾਲ ਦੀ ਘੜੀ ਬਦਲ ਗਿਆ ਹੈ, ਲੇਕਿਨ ਆਪਣੇ ਕੋਲ ਹਾਲੇ ਵੀ ਰਸਤੇ ਹੈ, ਸੋਲੂਸ਼ਨ ਹੈ। ਪਰਫੈਕਟ, ਵੈਰੀ ਗੁੱਡ ਟੂ ਨੋ। ਅੱਛਾ, ਹੁਣ ਸ਼ਹਿਨਾਜ਼ ਤੁਹਾਡੇ ਤਾਂ ਇੱਕ ਕੁਐਸਚਨ ਹੈ। ਸਪੋਜ਼ ਕਰੋ ਕਿਸੇ ਔਰਤ ਨੇ 911 ਕਾਲ ਕੀਤੀ, ਉਹ ਲੇਕਿਨ ਘਰ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਬਿਕਾਜ਼ ਮੇਬੀ ਹੋਰ ਬਹੁਤ ਸਾਰੇ ਲੋਕ ਉੱਥੇ ਰਹਿੰਦੇ ਨੇ, ਉਹ ਇਹ ਨਹੀਂ ਚਾਹੁੰਦੇ ਕਿ ਅਬਿਊਜ਼ਰ ਜਿਹੜਾ ਹੈਗਾ ਉਹ ਘਰੋਂ ਜਾਵੇ, ਉਹ ਆਪ ਘਰੋਂ ਚਲਾ ਜਾਣਾ ਚਾਹੁੰਦੇ ਨੇ। ਸੋ ਕੀ ਉਹ ਡਾਇਰੈਕਟ ਤੁਹਾਨੂੰ ਕੰਟੈਕਟ ਕਰਨ ਜਾਂ ਪੁਲਿਸ ਤੁਹਾਡੇ ਤੱਕ ਉਹਨਾਂ ਨੂੰ ਲੈ ਕੇ ਆਏਗੀ? ज़्यादातर औरतें जो हैं उनका ट्रस्ट होता है हमारी सर्विसेज पर, तो वो कंफर्टेबल फील करती हैं कि हमारे स्टाफ को फ़ोन करें, या सरी वुमेन सेंटर के बारे में उन्होंने सुना है। हमारा स्टाफ जो है उसमें पंजाबी स्पीकिंग लैंग्वेज है, हिंदी, उर्दू, तो हम लोग ज़बान के उस पर भी अगर लैंग्वेज का कोई मसला है तो हम लोग सपोर्ट कर सकते हैं। काफ़ी दफ़ा औरतें पुलिस को नहीं फ़ोन करती, पहले वो हमें फ़ोन करती हैं। हमें जब कॉल करती हैं, उनके रिस्क असेसमेंट करने के बाद, अंदाज़ा लगाने के बाद उनको क्या क्या सपोर्ट चाहिए, लीगल एड की सपोर्ट चाहिए, हम वो चीज़ें उनके लिए मतलब एक ज़रिया बनाते हैं, कॉन्टैक्ट करते हैं, उनके साथ
उन कॉल्स पर भी हो सकते हैं जहां वो अपना एक्सप्लेन करना चाहें उनकी नीड्स क्या हैं। फिर औरतों पर होता है चॉइस कि वो ये रिपोर्ट करें, और हम काफ़ी दफ़ा इवन पुलिस ऑफिसर्स जब ये कोविड की सिचुएशन नहीं थी तो सेंटर पर आके भी उन औरतों की स्टेटमेंट ले सकते थे। अगर वो औरतें नहीं फील करती थी कि मैं घर से सेफ फील करती हूँ पुलिस को बुलाना, तो हमारे सेंटर में आके भी वो ये रिपोर्ट पुलिस ऑफिसर्स को कर सकती हैं। हमारी Very good. पार्टनरशिप्स RCMP के साथ हैं, चाइल्ड प्रोटेक्शन वर्कर्स के साथ हैं, और हम उन पार्टनरशिप्स के थ्रू इन औरतों को सपोर्ट करते हैं। आप समझ लें जैसे कि एक मुश्किल वक्त में एक प्लग चाहिए औरतों को सपोर्ट का, हम उन औरतों को ये मदद करते हैं कि वो ये प्लग्स सही डायरेक्शंस में जहाँ पे भी लगाएंगी, और ये उनकी बातों पे ट्रस्ट करना, उनको इमोशनल सपोर्ट देना। एक वो क्राइसिस का टाइम होता है औरत की ज़िंदगी में जब उसको इस किस्म की सपोर्ट चाहिए, तो उस वक्त दोनों चीज़ें हाथ में चाहिए। लीगल एड बहुत सपोर्टिव होगा उनके लिए कि वो जाकर उनको फैमिली कोर्ट की सपोर्ट, और उनको अगर प्रोटेक्शन ऑर्डर चाहिए तो कुछ लीगल सपोर्ट के आवर्स होते हैं कि प्रोटेक्शन ऑर्डर के लिए उनको मिल सके। और हमारा काम उन सब सिस्टम्स के साथ मिलकर है, क्योंकि कोई भी एक सिस्टम अकेले इतने कॉम्प्लिकेटेड इशू, इतनी बड़ी क्राइसिस को नहीं हैंडल कर सकता। ये हम सबको मिलके करना होता है। ਐਗਜ਼ੈਕਟਲੀ। ਅੱਛਾ, ਹੁਣ ਚੰਦਨ ਇੱਕ ਗੱਲ ਦੱਸੋ ਕਿ ਜੇ ਮੈਂ ਪੁਲਿਸ ਨੂੰ ਕਾਲ ਕੀਤੀ ਲੇਕਿਨ ਮੇਰੀ ਬਾਡੀ ਦੇ ਉੱਪਰ ਕੁਝ ਵੀ ਨਜ਼ਰ ਨਹੀਂ ਆ ਰਿਹਾ, ਮੈਨੂੰ ਵੱਖਰੇ ਤਰੀਕੇ ਨਾਲ ਅਬਿਊਜ਼ ਕੀਤਾ ਜਾ ਰਿਹਾ, ਮੈਨੂੰ ਇਮੋਸ਼ਨਲੀ ਅਬਿਊਜ਼ ਕੀਤਾ ਜਾ ਰਿਹਾ ਜਾਂ ਮੈਨੂੰ ਫਾਈਨੈਂਸ਼ੀਅਲੀ ਅਬਿਊਜ਼ ਕੀਤਾ ਜਾ ਰਿਹਾ, ਤਾਂ ਮੈਂ ਕਿਵੇਂ ਦੱਸੂੰਗੀ? ਪੁਲਿਸ ਮੇਰੇ ਤੇ ਵਿਸ਼ਵਾਸ ਕਰੇਗੀ ਕਿਉਂ? ਕਿਵੇਂ ਕਰੇਗੀ? ਸੋ ਇਹ ਬਿਲਕੁਲ ਇਹ ਇੱਕ ਬਹੁਤ ਹੀ ਅੱਛਾ ਸਵਾਲ ਕੀਤਾ ਤੁਸੀਂ ਅਮਰਿਤ। ਔਰ ਸ਼ੁਕਰੀਆ ਜੀ। ਜਿਹੜੇ ਅਬਿਊਜ਼ਰ ਨੇ, ਜਿਹੜੇ ਹੰਡੇ ਹੋਏ ਅਬਿਊਜ਼ਰ ਨੇ, ਉਹ ਸਿਰਫ ਫਿਜ਼ੀਕਲੀ ਅਬਿਊਜ਼ ਨਹੀਂ ਕਰਦੇ, ਉਹ ਮੈਂਟਲੀ, ਇਮੋਸ਼ਨਲੀ ਇੱਕ ਇਨਸਾਨ ਨੂੰ ਇੰਨਾ ਤੋੜ ਦਿੰਦੇ ਨੇ ਕਿ ਉਹ ਇਨਸਾਨ ਨੂੰ ਲੱਗਦਾ ਹੈ ਮੇਰੀ ਹੀ ਗਲਤੀ ਹੈ, ਜਿੱਦਾਂ ਸ਼ਹਿਨਾਜ਼ ਜੀ ਨੇ ਆਪਾਂ ਨੂੰ ਪਹਿਲਾਂ ਦੱਸਿਆ। ਔਰ ਜੋ ਮੈਂਟਲ ਔਰ ਇਮੋਸ਼ਨਲ ਸਕਾਰ ਹੁੰਦੇ ਨੇ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੁੰਦਾ ਪਰ ਸੇ, ਲੇਕਿਨ ਫਿਰ ਵੀ ਅਗਰ ਤੁਹਾਡੇ ਨਾਲ ਇਹੋ ਜਿਹਾ ਅਬਿਊਜ਼ ਹੋ ਰਿਹਾ ਹੈ ਤਾਂ ਤੁਸੀਂ ਜ਼ਰੂਰ ਪੁਲਿਸ ਨੂੰ ਦੱਸੋ। ਔਰ ਜਿਹੜਾ ਫੈਮਿਲੀ ਲਾਅ ਐਕਟ ਹੈ ਇਹਦੇ ਅਧੀਨ ਹੁਣ ਫੈਮਿਲੀ ਵਾਇਲੈਂਸ ਜਿਹੜੀ ਹੈ ਇਹਦੀ ਡੈਫੀਨੇਸ਼ਨ 2013 ਦੇ ਵਿੱਚ ਬਹੁਤ ਐਕਸਪੈਂਡ ਕਰ ਦਿੱਤੀ ਗਈ ਹੈ। ਫੈਮਿਲੀ ਵਾਇਲੈਂਸ ਸਿਰਫ ਮਾਰ ਕੁਟਾਈ ਤੱਕ ਸੀਮਿਤ ਨਹੀਂ ਹੈ, ਗਾਲੀ ਗਲੋਚ, ਆਰਥਿਕ ਤਰੀਕੇ ਨਾਲ ਤੁਸੀਂ ਕਿਸੇ ਨੂੰ ਮਜਬੂਰ ਕਰ ਰਹੇ ਹੋ, ਤੁਸੀਂ ਕਿਸੇ ਨੂੰ ਧਮਕੀਆਂ ਦੇ ਰਹੇ ਹੋ, ਇਮੋਸ਼ਨਲੀ ਉਹਨੂੰ ਤੁਸੀਂ ਅਬਿਊਜ਼ ਕਰ ਰਹੇ ਹੋ, ਮਾਨਸਿਕ ਤੌਰ ਤੇ, ਇਹ ਸਭ ਅਬਿਊਜ਼ ਹੈ। ਔਰ ਠੀਕ ਹੈ, ਫੈਮਿਲੀ ਲਾਅ ਐਕਟ ਇਹਨਾਂ ਨੂੰ ਫੈਮਿਲੀ ਵਾਇਲੈਂਸ ਮੰਨਦਾ ਹੈ। ਸੋ ਤੁਸੀਂ ਪ੍ਰੋਟੈਕਸ਼ਨ ਆਰਡਰ ਇਸ ਦੇ ਅਧੀਨ ਲੈ ਸਕਦੇ ਹੋ। ਕੋਰਟ ਨੇ ਤੁਹਾਡੀ ਓਵਰਆਲ ਪਿਕਚਰ ਦੇਖਣੀ ਹੈ, ਫੈਮਿਲੀ ਕੋਰਟ ਨੇ। ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਆਪਣੇ ਲਿਖਤੀ ਬਿਆਨ ਔਰ ਆਪਣੇ ਬੋਲ ਕੇ ਬਿਆਨ ਜਿਹੜੇ ਦੇਣੇ ਨੇ ਉਹਨਾਂ ਤੇ ਆਧਾਰਿਤ ਹੋਣੀ ਹੈ ਕਿ ਕੋਰਟ ਨੇ ਤੁਹਾਡੀ ਗੱਲ ਦੇ ਵਿੱਚ ਕਿੰਨਾ ਵਜ਼ਨ ਦੇਣਾ ਹੈ ਤੁਹਾਡੀ ਗੱਲਾਂ ਨੂੰ। ਬਟ ਚੰਦਨ, ਹੋ ਸਕਦਾ ਕਿ ਅੱਜ ਮੈਨੂੰ ਜਿਹੜਾ ਹੈਗਾ ਮੇਰੇ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋਈ ਹੈ, ਥੋੜੀ ਘੱਟ ਹੋਈ ਹੈ, ਲੇਕਿਨ ਇਸ ਤੋਂ ਪਹਿਲਾਂ ਲਾਸਟ ਵੀਕ ਉਸ ਤੋਂ ਜ਼ਿਆਦਾ ਹੋਈ ਸੀ, ਉਸ ਤੋਂ ਇੱਕ ਵੀਕ ਪਹਿਲਾਂ ਉਸ ਤੋਂ ਵੀ ਜ਼ਿਆਦਾ ਹੋਈ ਸੀ। ਕਿ ਉਹ ਸਾਰੀਆਂ ਪਿੱਛੇ ਰਹਿ ਗਈਆਂ? ਮੈਂ ਸਿਰਫ ਅੱਜ ਦੀ ਕੰਪਲੇਂਟ ਕਰ ਸਕਦੀ ਕਿ ਪਿਛਲੀਆਂ ਦੀ ਵੀ ਕਰ ਸਕਦੀ ਹਾਂ? ਬਿਲਕੁਲ, ਤੁਸੀਂ ਪਿਛਲੀਆਂ ਦੀ ਵੀ ਕਰ ਸਕਦੇ ਹੋ ਔਰ ਤੁਹਾਨੂੰ ਕਰਨੀ ਚਾਹੀਦੀ ਹੈ। ਔਰ ਜਿਹੜਾ ਫਿਰ ਰਿਪੋਰਟ ਲਿਖ ਕੇ ਪੁਲਿਸ ਆਫਿਸਰ ਨੇ ਕਰਾਊਨ ਕਾਉਂਸਲ ਯਾਨੀ ਸਰਕਾਰੀ ਵਕੀਲ ਨੂੰ ਭੇਜ ਦੇਣੀ ਹੈ, ਔਰ ਸਰਕਾਰੀ ਵਕੀਲ ਨੇ ਫਿਰ ਵੇਖਣਾ ਹੈ ਕਿ ਕੀ ਸਬੂਤ ਹੈ ਇਨਫ ਤੁਹਾਡੀ ਸਟੇਟਮੈਂਟ ਦੇ ਵਿੱਚ ਕਿ ਉਹ ਤੁਹਾਨੂੰ ਉਹ ਚਾਰਜ ਜਿਹੜੇ ਨੇ ਪਿਛਲੇ ਵੀ ਅਪਰੂਵ ਕਰ ਸਕਦੇ ਨੇ। ਆਈ ਹੈਡ ਕੇਸਿਸ ਜਿੱਥੇ ਫॉर ਐਗਜ਼ਾਮਪਲ ਸੈਕਸ਼ੂਅਲ ਅਸੌਲਟ ਦੇ ਸਾਲ ਪਿੱਛੇ ਜਾ ਕੇ ਚਾਰਜ ਉਹਨਾਂ ਨੇ ਅਪਰੂਵ ਕੀਤੇ ਨੇ, ਕਿਉਂਕਿ ਯੈਸ, ਕਿਉਂਕਿ ਜਿਹੜੇ ਵਿਕਟਮ ਸੀ ਉਹਨਾਂ ਨੇ ਉਦੋਂ ਉਹਨਾਂ ਦੇ ਕੋਲ ਇੰਨਾ ਹੌਸਲਾ ਨਹੀਂ ਸੀ ਕਿ ਉਹ ਰਿਪੋਰਟ ਕਰ ਸਕਣ, ਔਰ ਜਦੋਂ ਉਹਨਾਂ ਨੇ ਕੀਤੀ ਇਹ ਰਿਪੋਰਟ ਉਸ ਤੋਂ ਬਾਅਦ ਜਿਹੜਾ ਅਕਿਊਜ਼ਡ ਸੀ, ਆਰੋਪੀ ਸੀ, ਉਹਦੇ ਤੇ ਉਹ ਚਾਰਜ ਲੱਗੇ। ਸੋ ਤੁਹਾਨੂੰ ਜਿਹੜੇ ਵੀ ਅੱਜ ਸੁਣ ਰਹੇ ਨੇ ਸਾਨੂੰ, ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੀ ਮੇਰੀ ਗੱਲ ਤੇ ਯਕੀਨ ਕਰਨਗੇ ਜਾਂ ਕਿ ਮੇਰੇ ਨਾਲ ਤਾਂ ਇਹ 2 ਮਹੀਨੇ ਪਹਿਲਾਂ ਹੋਇਆ ਸੀ, 3 ਮਹੀਨੇ ਪਹਿਲਾਂ ਹੋਇਆ ਸੀ, ਕਿ ਮੈਂ ਦੱਸਾਂ ਵੀ ਜਾਂ ਨਹੀਂ। ਤੁਹਾਨੂੰ ਦੱਸਣਾ ਚਾਹੀਦਾ ਹੈ। ਬਿਲਕੁਲ ਠੀਕ। ਸਾਡੇ ਕੋਲ ਸਮਾਂ ਜਿਹੜਾ, ਆਈ ਵਿਸ਼ ਕਿ ਸਾਡੇ ਕੋਲ ਬਹੁਤ ਸਾਰਾ ਸਮਾਂ ਹੁੰਦਾ, ਕਿਉਂਕਿ ਤੁਹਾਡੇ ਕੋਲ ਇਨਫੋਰਮੇਸ਼ਨ ਬਹੁਤ ਹੈ,
ਬਟ ਜਾਣ ਤੋਂ ਪਹਿਲਾਂ ਤੁਸੀਂ ਸ਼ਹਿਨਾਜ਼ ਕੀ ਕਹਿਣਾ ਚਾਹੋਗੇ? मैं एक बहुत इम्पोर्टेंट बात कहना चाहती हूँ जो चंदन ने अभी कही कि डोमेस्टिक वायलेंस एक रियलिटी है जिसको हम फिजिकल वायलेंस कहते हैं। एक और स्टिग्मेटाइज्ड वायलेंस सेक्सुअल वायलेंस है जो भी बहुत ज़्यादा हमारी कम्युनिटी में होता है। अक्सर ये समझा जाता है कि अगर आप मैरिड हैं या आपका हस्बैंड है या वाइफ है तो सेक्सुअल असॉल्ट उसको नहीं समझते हैं, बट फोर्सिबल सेक्स जो है इवन मैरिज में एक क्राइम है और वो सेक्सुअल असॉल्ट कहलाता है। सेक्सुअल असॉल्ट में जैसे चंदन ने कहा कि विक्टिम के ऊपर होता है कि वो ये बात रिपोर्ट करता है, चाहे उसको जितना टाइम लगे, उसमें कोई टाइम लिमिट नहीं उस रिपोर्ट को रिपोर्ट करने में। लेकिन एक चीज़ है थर्ड पार्टी रिपोर्टिंग। थर्ड पार्टी रिपोर्टिंग उन विक्टिम्स के लिए हैं जो नहीं चाहते कि हम अपना नाम आगे बढ़ के ये रिपोर्ट करें। लेकिन कम्युनिटी बेस्ड विक्टिम सपोर्ट वर्कर्स जैसे हमारे ऑर्गेनाइजेशंस में स्टाफ है वो इन चीज़ों में हेल्प कर सकता है, क्योंकि थर्ड पार्टी रिपोर्टिंग में ये होता है कि जिसके बारे में आप रिपोर्ट कर रहे हैं आपका नाम नहीं आएगा, सिर्फ ऑफेंडर का नाम आएगा और फिर RCMP चेक कर सकते हैं कि उस आदमी का रिकॉर्ड क्या है, क्या 50, 40 या 2 या 3 और विक्टिम्स भी उस आदमी से एफिलिएटेड हैं जिनको उसने किया है। तो इस हिसाब से हम उस ऑफेंडर को प्रोफाइल करेंगे बट विक्टिम की आइडेंटिटी फिर भी प्रोटेक्टेड रहेगी। तो इसलिए बहुत इंपॉर्टेंट है, अगर आप रिपोर्ट करना चाहें तो आप थर्ड पार्टी रिपोर्टिंग के बारे में विक्टिम सपोर्ट वर्कर से पूछ सकते हैं कि मुझे उस बारे में इंफॉर्मेशन चाहिए। ਬਿਲਕੁਲ ਠੀਕ ਹੈ, ਬਟ ਜਾਣ ਤੋਂ ਪਹਿਲਾਂ ਤੁਸੀਂ ਜ਼ਰੂਰ ਕਹਿਣਾ ਚਾਹੋਗੇ ਕਿ ਜਿਹੜੀਆਂ ਵੀ ਔਰਤਾਂ ਜਿਹੜੇ ਵੀ ਮਰਦ ਘਰ ਦੇ ਵਿੱਚ ਅੱਜ ਅਬਿਊਜ਼ ਹੋ ਰਹੇ ਨੇ ਉਹਨਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿ ਬਾਹਰ ਸਾਰਾ ਕੁਝ ਲਾਕਡਾਊਨ ਹੈ। they can still report, they can still get protection. Exactly. और मैं ये कहूँगी कि काफ़ी दफ़ा ये अजम्पशन है बाहर के कोविड हो गया तो सर्विसेज बंद हैं, औरतों की सपोर्ट के लिए नहीं है। मैं ये बहुत स्ट्रेस करना चाहती हूँ, सरी वुमेन सेंटर और सारे ऑर्गेनाइजेशंस जो औरतों की मदद करते हैं वो सब उनके दरवाजे खुले हैं। बेशक हम पर्सनली नहीं मिल पा रहे, हमारी फ़ोन लाइंस खुली हैं, हम आपको सपोर्ट उस हिसाब से कर सकते हैं जैसे आपकी जो नीड होगी। तो वी आर देयर। शुक्रिया शहनाज जी। एंड ਜਾਣ ਤੋਂ ਪਹਿਲਾਂ ਚੰਦਨ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਵੀ ਸ਼ਹਨਾਜ਼ ਜੀ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਇੱਕ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਡੀ ਕਮਿਊਨਿਟੀ ਦੇ ਵਿੱਚ ਅਬਿਊਜ਼ ਜਿਹੜਾ ਹੈ ਇਹਨੂੰ ਔਰਤਾਂ ਬਹੁਤ ਸਹਿੰਦੀਆਂ ਨੇ। ਮੇਰਾ ਮੈਸੇਜ ਇਹੀ ਹੋਏਗਾ ਕਿ ਇਟ ਡਸਨਟ ਗੈਟ ਬੈਟਰ। ਅਗਰ ਸਾਨੂੰ ਲੱਗਦਾ ਹੈ ਕਿ ਅਸੀਂ ਅੱਜ ਚੁੱਪ ਕਰਕੇ ਬੈਠ ਜਾਵਾਂਗੇ, ਕੋਈ ਗੱਲ ਨਹੀਂ ਹਉ ਪਰੇ, ਇਹ ਹਉ ਪਰੇ ਤੋਂ ਸਾਨੂੰ ਦੂਰ ਜਾਣਾ ਪੈਣਾ ਹੈ। ਇਹ ਹਉ ਪਰੂ ਦੇ ਵਿੱਚ ਬੱਚਿਆਂ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਔਰ ਔਰਤਾਂ ਜਾਂ ਮਰਦਾਂ ਤੇ ਜਿਨ੍ਹਾਂ ਤੇ ਇਹ ਅਬਿਊਜ਼ ਹੋ ਰਿਹਾ ਹੈ ਉਹਨਾਂ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਸੇਵਾਵਾਂ ਅੱਜ ਵੀ ਉਪਲਬਧ ਨੇ, ਵਕੀਲ ਕੰਮ ਕਰ ਰਹੇ ਨੇ, ਲੀਗਲ ਏਡ ਖੁੱਲੀ ਹੋਈ ਹੈ। ਸਰੀ ਵਿਮਨ ਸੈਂਟਰ ਦੇ ਕੋਲ ਕਿੰਨੇ ਰਿਸੋਰਸਿਸ ਨੇ, ਅੱਜ ਆਪਾਂ ਸੁਣਿਆ ਹੈ ਸ਼ਹਨਾਜ਼ ਜੀ ਤੋਂ, ਇਹ ਸਾਰੇ ਰਿਸੋਰਸਿਸ ਅਵੇਲੇਬਲ ਨੇ। ਤੁਸੀਂ ਅਗਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਹੋ ਤੇ ਪਲੀਜ਼ ਤੁਸੀਂ ਕੰਟੈਕਟ ਕਰੋ, ਮਦਦ ਲਈ ਕੰਟੈਕਟ ਕਰੋ। ਬਿਲਕੁਲ, ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਫॉर योर ਹੈਲਪ। थैंक यू so much, Amrit. ਥੈਂਕ ਯੂ। ਦੋਸਤੋ ਇਹ ਸੀ ਜੀ ਸਾਡੇ ਨਾਲ ਇੱਕ ਲਾਇਰ ਸੀ ਤੇ ਇੱਕ ਵੂਮਨ ਸੈਂਟਰ ਤੋਂ ਇੱਕ ਐਗਜ਼ੈਕਟਿਵ ਡਾਇਰੈਕਟਰ ਸੀਗੇ ਔਰ ਉਹਨਾਂ ਨੇ ਬਹੁਤ ਸਾਫ਼ ਲਫ਼ਜ਼ਾਂ ਦੇ ਵਿੱਚ ਗੱਲ ਕੀਤੀ ਹੈ ਕਿ ਅਬਿਊਜ਼ ਘਰਾਂ ਦੇ ਵਿੱਚ ਹੋ ਰਿਹਾ ਹੈ। ਬੇਸ਼ੱਕ ਅੱਜ ਸਾਰਾ ਕੁਝ ਲਾਕਡਾਊਨ ਹੈ ਲੇਕਿਨ ਅਬਿਊਜ਼ ਲਾਕਡਾਊਨ ਨਹੀਂ ਹੈ ਔਰ ਘਰਾਂ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਖਤਰੇ ਦੀ ਘੰਟੀ ਹੈ। ਜੇ ਕਿਸੇ ਵੀ ਔਰਤ ਨਾਲ, ਕਿਸੇ ਮਰਦ ਨਾਲ, ਕਿਸੇ ਬੱਚੇ ਦੇ ਨਾਲ ਇਹ ਅਬਿਊਜ਼ ਹੋ ਰਿਹਾ ਤਾਂ ਉਹਨਾਂ ਨੂੰ ਇਹ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਅਦਾਲਤਾਂ ਬੰਦ ਨੇ, ਇਹ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਜਿਹੜੇ ਸ਼ੈਲਟਰਸ ਨੇ ਉਹ ਬੰਦ ਨੇ, ਇਹ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਹੁਣ ਜੇ ਇਹ ਸਾਰਾ ਕੁਝ ਹੋਇਆ ਤਾਂ ਮੈਂ ਜਾਊਂਗੀ ਕਿੱਥੇ, ਮੈਨੂੰ ਰੋਟੀ ਮਿਲੇਗੀ ਕਿ ਨਹੀਂ, ਮੇਰੇ ਬੱਚਿਆਂ ਦਾ ਕੀ ਬਣੇਗਾ, ਅਦਾਲਤਾਂ ਮੈਨੂੰ ਕਿਸ ਤਰ੍ਹਾਂ ਮਦਦ ਕਰਨਗੀਆਂ, ਪੁਲਿਸ ਡਿਪਾਰਟਮੈਂਟ ਮੈਨੂੰ ਮਦਦ ਕਰ ਸਕਦਾ ਕਿ ਨਹੀਂ, ਮੇਰੇ ਤੇ ਯਕੀਨ ਕੀਤਾ ਜਾਏਗਾ ਕਿ ਨਹੀਂ। ਇਹ ਕੁਐਸਚਨ ਸਾਰੇ ਪ੍ਰੋਫੈਸ਼ਨਲਸ ਤੇ ਛੱਡ ਦੇਣੇ ਚਾਹੀਦੇ ਨੇ। ਤੁਹਾਨੂੰ ਸਿਰਫ ਇੱਕ ਜ਼ਰੂਰਤ ਹੈ ਔਰ ਉਹ ਹੈ ਹਿੰਮਤ ਜਟਾਉਣੀ ਪਹਿਲੀ ਕਾਲ ਦੇ ਲਈ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।